सत श्री अकाल। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। मैं हाँ संजीव यश खन्ना। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਸਾਬਕਾ ਮੁੱਖ ਮੰਤਰੀ ਤੇ ਲਾਇਕ ਧਮਕੀਆਂ ਦੇਣ ਦੇ ਦੋਸ਼। ਕੈਪਟਨ ਅਮਰਿੰਦਰ ਸਿੰਘ ਦੇ ਸਾਧੇ ਨਿਸ਼ਾਨੇ। ਨਵਜੋਤ ਸਿੱਧੂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ। ਮੌਜੂਦਾ ਸਰਕਾਰ ਦੇ ਮੁੱਦਿਆਂ ਤੋਂ ਭਟਕਣ ਲਈ ਵੀ ਲਾਏ ਦੋਸ਼। ਗੁਰਦਾਸਪੁਰ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਨਵੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ। ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ। ਰਾਕੇਸ਼ ਟਕਾਇਤ ਦਾ ਵੱਡਾ ਬਿਆਨ। ਕਿਹਾ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਦਾ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ। ਲਖੀਮਪੁਰ ਘਟਨਾ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਦੇਸ਼ ਭਰ ਵਿੱਚ ਰੋਕੀਆਂ ਰੇਲਾਂ। ਹੁਣ ਖਬਰਾਂ ਦਾ ਵਿਸਥਾਰ। पंजाब कांग्रेस का कलेश रुकदे नहीं रुक रहा। जदों भी किते पार्टी नूं थोड़ी जही राहत मिलती विखाई देंदी है, उदों ही कोई ना कोई अंदरूनी मुसीबत उभर के सामने आ जाती है। पंजाब कांग्रेस की नवीं सियासत विच साबका पुलिस अधिकारी मुहम्मद मुस्तफा ने साबका मुख मंत्री कैप्टन अमरिंदर सिंह ते गंभीर दोष लाउंदियां होयां धमकियां देण दे दोष लाए ने। पुलिस अधिकारी ने कहा है कि यह धमकियां कैप्टन अमरिंदर सिंह वल्लों उस नूं उन्हां दे विरोधी पंजाब कांग्रेस प्रधान नवजोत सिंह सिद्धू अते मंत्री प्रगट सिंह दा साथ देण वजों दित्तियां जा रही ने। पर नाल ही उन्हां कहा कि वो इस तो घबराउण वाले नहीं। कैप्टन अमरिंदर सिंह ते तिखा वार करदिआं मुस्तफा ने ट्विटर ते सांझी पोस्ट विच धमकियां देण दे दोष लाए ने। उन्हां कहा कि जेंटलमैन कहे जाण वाले कैप्टन ने उस नूं एक दो वारी नहीं सगों कई वारी धमकाया है। उन्हां कहा कि धमकियां विच उन्हां नूं साबका मुख मंत्री वल्लों कदे पुट्ठा टंगण बारे धमकाया जा रहा है अते कदे सड़क ते घड़ीसण बारे ਇਹ ਵੀ ਧਮਕੀਆਂ ਮਿਲ ਰਹੀਆਂ ਨੇ। ਜ਼ਿਕਰਯੋਗ ਹੈ ਕਿ ਸੀਨੀਅਰ ਅਧਿਕਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਇਹ ਤਲਖੀ ਸਿੱਧੂ ਕੈਂਪ ਵਿੱਚ ਜਾਣ ਤੋਂ ਬਾਅਦ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵੀ ਇੱਕ ਪੋਸਟ ਵਿੱਚ ਮੁਸਤਫਾ ਨੇ ਕੈਪਟਨ ਤੇ ਵਾਰ ਕੀਤਾ ਸੀ ਅਤੇ ਕਿਹਾ ਸੀ ਕਿ ਕੁਰਸੀ ਗਵਾਉਣ ਕਾਰਨ ਸਾਬਕਾ ਸੀਐਮ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਨੇ। पंजाब कांग्रेस के प्रधान नवजोत सिंह सिद्धू ने एक बार फिर हाईकमान नूं चिट्ठी लिखी है। कांग्रेस की कौमी प्रधान सोनिया गांधी नूं लिखे 4 पन्नियां दे पत्र विच 13 मुद्दों का जिक्र किया गया है। सिद्धू वल्लों जिन्हां 13 मुद्दों का जिक्र किया गया है उन्हां विच बेअदबी के मामले उत्ते न्याय, नशे, खेती, बिजली, सरकार अते बिजली कंपनियां दरमियान समझौतिਆਂ नूं रद्द करना, अनुसूचित अते पछड़ियां जातियां का विकास, रोजगार, सिंगल विंडो सिस्टम, शराब, खनन, केबल माफिया ਅਤੇ ਆਵਾਜਾਈ शामिल ने। सिद्धू ने अपना अस्तीफा वापस लैण ਦੇ एक दिन बाद यह पत्र लिखिया है। पिछले दिनी ਉਹ कांग्रेस के साबका प्रधान राहुल गांधी, पंजाब इंचार्ज हरीश रावत ਅਤੇ पार्टी के जनरल ਸਕੱਤਰ KC वेणुगोपाल ਨੂੰ मिले सन ਅਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ। ਐਤਵਾਰ ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਮੰਗ ਕੀਤੀ ਹੈ ਕਿ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਮੈਨੀਫੈਸਟੋ ਦੇ ਵਾਅਦਿਆਂ ਤੇ ਖਰਾ ਉਤਰਨਾ ਪਵੇਗਾ। ਸੋਨੀਆ ਨੂੰ ਲਿਖੇ ਪੱਤਰ ਵਿੱਚ ਚੰਨੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ पंजाब सरकार ਨੂੰ ਪਹਿਲ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਇਸ ਪੱਤਰ ਵਿੱਚ ਸਿੱਧੂ ਨੇ ਸੋਨੀਆ ਨੂੰ ਮੁਲਾਕਾਤ ਦੀ ਮੰਗ ਵੀ ਕੀਤੀ। ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਉਹਨਾਂ ਨੂੰ 13 ਨੁਕਾਤੀ ਏਜੰਡੇ ਦੇ ਨਾਲ ਪੰਜਾਬ ਮਾਡਲ ਦੇ ਮੈਨੀਫੈਸਟੋ ਤੇ ਮਿਲਣਾ ਚਾਹੁੰਦੇ ਨੇ। सूबे के ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੇਰਾ ਘਰ ਮੇਰਾ ਨਾਮ ਸਕੀਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ। ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਵਾਸੀਆਂ ਵਿਸ਼ੇਸ਼ ਤੌਰ ਤੇ ਸਮਾਜ ਦੇ ਲੋੜਵੰਦ ਤੇ ਕਮਜ਼ੋਰ ਵਰਗਾਂ ਨੂੰ ਅਤ ਲੋੜੀਂਦੀ ਰਾਹਤ ਮੁਹੱਈਆ ਕਰਵਾਏਗੀ। ਚੰਨੀ ਨੇ ਕਿਹਾ ਕਿ ਇਸ ਸਕੀਮ ਨੂੰ ਪਹਿਲਾਂ ਸਿਰਫ ਪਿੰਡਾਂ ਦੇ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਘੇਰਾ ਵਧਾ ਕੇ ਹੁਣ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਇਸ ਦਾ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਮੁੱਚੀ ਸਕੀਮ ਨੂੰ ਲਾਗੂ ਕਰਨ ਦਾ ਜ਼ਿੰਮਾ ਮਾਲ ਵਿਭਾਗ ਨੂੰ ਦਿੱਤਾ ਗਿਆ ਹੈ, ਜੋ ਡਿਜੀਟਲ ਮੈਪਿੰਗ ਲਈ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਸਰਵੇ ਕਰਵਾਏਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਿਜਲੀ ਦੇ ਜਿਹੜੇ ਵੀ ਕਨੈਕਸ਼ਨ ਬਕਾਏ ਬਿਲਾਂ ਕਰਕੇ ਕੱਟ ਦਿੱਤੇ ਗਏ ਸੀ ਉਹਨਾਂ ਕਨੈਕਸ਼ਨਾਂ ਨੂੰ ਦੀਵਾਲੀ ਤੱਕ ਮੁੜ ਬਹਾਲ ਕਰ ਦਿੱਤਾ ਜਾਏਗਾ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਕਾਏ ਬਿੱਲ ਮੁਆਫ ਕਰਨ ਦੀ ਸਕੀਮ ਦਾ ਲਾਭ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਏਗਾ, ਚਾਹੇ ਉਹ ਕਿਸੇ ਵੀ ਜ਼ਾਤ ਧਰਮ ਨਾਲ ਸੰਬੰਧ ਰੱਖਦਾ ਹੋਵੇ। ਉਹਨਾਂ ਕਿਹਾ ਕਿ ਸੂਬੇ ਦੇ 72 ਲੱਖ ਬਿਜਲੀ ਖਪਤਕਾਰਾਂ ਵਿੱਚੋਂ 52 ਲੱਖ ਖਪਤਕਾਰਾਂ ਨੂੰ ਬਕਾਏ ਬਿੱਲ ਮੁਆਫੀ ਦਾ लाभ मिलेगा। मैं थोनू अज दसना चाहता है, थोनू पता है
ਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਵਰਕਰ ਦਾ ਰਾਜ ਆ ਗਿਆ ਹੈ। ਅੱਜ ਵਰਕਰਾਂ ਦਾ ਰਾਜ ਹੈ, ਵਰਕਰਾਂ ਦੀ ਪੁੱਛਗਿੱਛ ਹੋਏਗੀ, ਹੋਣੀ ਸ਼ੁਰੂ ਹੋਈ ਗਈ ਹੈ। ਤਹਿਸੀਲ ਕੰਪਲੈਕਸ, ਥਾਣੇ ਕਚਹਿਰੀਆਂ, ਡੀਸੀ ਦਫ਼ਤਰ ਦੇ ਵਿੱਚ ਵਰਕਰ ਦੀ ਇੱਜ਼ਤ ਹੋਵੇ ਤਾਂ ਹੀ ਮੇਰੇ ਮੁੱਖ ਮੰਤਰੀ ਬਣਨ ਦਾ ਫਾਇਦਾ, ਨਹੀਂ ਕੋਈ ਫਾਇਦਾ ਨਹੀਂ। ਬਹੁਤ ਸਾਰੇ ਸਰਪੰਚ ਸਾਹਿਬਾਨ ਸਾਰੇ ਪਿੰਡਾਂ 'ਚੋਂ ਆਏ ਵੇ। ਮੈਂ ਸਰਪੰਚਾਂ ਨੂੰ ਔਰ ਪੰਚਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਪੰਚਾਂ ਦੇ ਵਿੱਚ ਹੀ ਪਰਮੇਸ਼ਰ ਵਸਦਾ ਹੈ। ਪੰਚਾਇਤ ਜਿਹੜੀ ਉਹ ਪਿੰਡ ਦੀ ਡਿਵੈਲਪਮੈਂਟ ਵਾਸਤੇ, ਪਿੰਡ ਦੇ ਕੰਮਾਂ ਵਾਸਤੇ, ਆਪਸੀ ਸਦਭਾਵਨਾ ਵਾਸਤੇ ਜ਼ਿੰਮੇਵਾਰ ਹੈ ਔਰ ਉਹਨੇ ਕਰਾਣੇ। ਇਸ ਕਰਕੇ ਪਿੰਡ ਦਾ ਸਰਪੰਚ ਹੀ ਪਿੰਡ ਦਾ ਮੁੱਖ ਮੰਤਰੀ ਹੈ। ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਪੰਚਾਇਤ ਨੇ ਫੈਸਲਾ ਕਰਤਾ, ਇਲੈਕਟਿਡ ਪੰਚਾਇਤ ਨੇ, ਉਹੀ ਸਿਰੇ ਤੱਕ ਚੱਲੇਗਾ। ਉਹਦੇ 'ਚ ਕੋਈ ਕਿੰਤੂ ਪਰੰਤੂ ਕੋਈ ਨਹੀਂ ਹੋਏਗਾ। ਜਿਹੜਾ ਬਲਾਕ ਸੰਮਤੀ ਦਾ ਮੈਂਬਰ ਹੈ, ਜਿਹੜਾ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਹੈ, ਚਾਹੇ ਕਿਸੇ ਪਾਰਟੀ ਦਾ ਹੈ, ਜਿਹੜਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ, ਉਹੀ ਮੁੱਖ ਮੰਤਰੀ ਆਪਣੇ ਏਰੀਏ ਦਾ। ਮੇਰੀਆਂ ਸਾਰੀਆਂ ਪਾਵਰਾਂ ਤੁਹਾਨੂੰ ਹੈ। ਮੈਂ ਕੋਈ ਮੁੱਖ ਮੰਤਰੀ ਨਹੀਂ ਹੈ। ਮੁੱਖ ਮੰਤਰੀ ਉਹ ਹੈ ਜਿਹੜੇ ਤੁਸੀਂ ਚੁਣੇ ਹੋਏ ਹੈ, ਜਿਨ੍ਹਾਂ ਨੇ ਤੁਹਾਡਾ ਕੰਮ ਕਰਨਾ, ਜਿਨ੍ਹਾਂ ਤੋਂ ਤੁਸੀਂ ਰੋਜ਼ ਕੰਮ ਲੈਣੇ ਹੈ। ਮੇਰੀਆਂ ਪਾਵਰਾਂ ਸਾਰੀਆਂ ਤੁਹਾਡੇ ਥੱਲੇ ਡੀਸੈਂਟਰਲਾਈਜ਼ ਹੋ ਗਈਆਂ। ਸੈਂਟਰਲਾਈਜ਼ ਪਾਵਰ ਨਹੀਂ ਮੈਂ ਕਰਨੀ। ਹਰ ਕੁਝ ਆਪਣੇ ਹੱਥ 'ਚ ਨਹੀਂ ਰੱਖਣਾ। ਪੰਚਾਂ ਨੂੰ ਤੁਸੀਂ ਚੁਣਿਆ, ਸਰਪੰਚਾਂ ਨੂੰ ਤੁਸੀਂ ਚੁਣਿਆ, ਬਲਾਕ ਸੰਮਤੀ ਦੇ ਮੈਂਬਰ ਚੁਣੇ ਹੈ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਹੈ, MLA ਹੈ। ਮੇਰਾ MLA ਮੇਰੇ ਹਲਕੇ ਦਾ ਮੁੱਖ ਮੰਤਰੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਲਾਲ ਲਾਈਨ ਦੇ ਅੰਦਰ ਬੰਦੇ ਰਹਿੰਦੇ ਆ, ਸਾਰੇ ਆਪਾਂ ਪਿੰਡਾਂ ਦੇ ਵਿੱਚ ਲਾਲ ਲਾਈਨ ਦੇ ਅੰਦਰ ਰਹਿੰਦੇ। ਬਹੁਤ ਥੋੜੇ ਬੰਦਿਆਂ ਨੇ ਬਾਹਰ ਜਾ ਕੇ ਬਸ ਘਰ ਛੱਡ ਕੇ ਬਾਹਰ ਬਣਾਏ। ਸ਼ਹਿਰਾਂ ਦੇ ਵਿੱਚ ਜਿਹੜੇ ਲਾਲ ਲਾਈਨ ਦੇ ਅੰਦਰ ਰਹਿੰਦੇ ਆ, ਉਹਨਾਂ ਦੀ ਜਗ੍ਹਾ ਉਹਨਾਂ ਦੇ ਨਾਮ ਨਹੀਂ ਹੈ। ਜਿਹੜੇ ਲੈਂਡਲੈਸ ਬੰਦੇ ਆ, ਉਹਨਾਂ ਨੂੰ ਜੇ ਲੋਨ ਲੈਣਾ, ਕਿਸੇ ਨੇ ਟੈਂਪੂ ਪਾਉਣਾ, ਕਿਸੇ ਨੇ ਸਕੂਟਰ ਪਾਉਣਾ, ਮੁੰਡੇ ਨੇ ਕੋਈ ਨੌਕਰੀ, ਕੋਈ ਬਿਜ਼ਨਸ ਕਰਨਾ, ਕੋਈ ਛੋਟਾ ਮੋਟਾ ਕੰਮ ਕਰਨਾ, ਬੈਂਕ ਤੋਂ ਪੈਸੇ ਚਾਹੀਦੇ ਹੈ। ਬੈਂਕ ਵਾਲੇ ਕਹਿੰਦੇ ਜੀ ਰਜਿਸਟਰੀ ਲੈ ਕੇ ਆਓ, ਤੁਹਾਡੇ ਨਾਮ ਜਾਇਦਾਦ ਕਿਆ ਹੈ। ਜਾਇਦਾਦ ਤਾਂ ਆਪਣਾ ਘਰ ਵੀ ਨਾਮ ਨਹੀਂ ਹੈ। ਸੋ ਅਸੀਂ ਇਹ ਸਕੀਮ ਲੈ ਕੇ ਆਏ ਹੈ ਕਿ ਮੇਰਾ ਘਰ ਮੇਰੇ ਨਾਮ। ਜਿੰਨੇ ਪਿੰਡਾਂ ਦੇ ਵਿੱਚ ਲਾਲ ਲਾਈਨ ਦੇ ਅੰਦਰ ਘਰ ਹੈ, ਸਾਰੇ ਤੁਹਾਡੇ ਆਪਣੇ ਨਾਮ ਕਰ ਦੇਣੇ ਆ। ਉਹਦੀ ਸਕੀਮ ਸ਼ੁਰੂ ਕਰ ਰਹੇ। ਅੱਜ ਅਸੀਂ ਇਹੀ ਸਕੀਮ ਅੱਜ ਲਾਂਚ ਕਰ ਰਹੇ ਹਾਂ, ਜਿਹੜੀ ਕਿ ਅਰੁਣਾ ਚੌਧਰੀ ਜੀ ਦੇ ਵਿਭਾਗ ਦੀ ਹੈ ਕਿ ਮੇਰਾ ਘਰ ਮੇਰੇ ਨਾਂ। ਲਾਲ ਲਾਈਨ ਦੇ ਅੰਦਰ ਦੇ ਜਿੰਨੇ ਮਕਾਨ ਹੈ, ਉਹਨਾਂ ਨੂੰ ਡਰੋਨ ਦੇ ਨਾਲ ਨਕਸ਼ੇ ਬਣਾ ਕੇ ਜਿੱਥੇ ਜਿੱਥੇ ਤੁਸੀਂ ਕਾਬਜ ਹੋ, ਉਹ ਕਬਜ਼ੇ ਦੇ ਆਧਾਰ ਤੇ ਅਸੀਂ ਤੁਹਾਡੇ ਨਾਮ ਤੇ ਰਜਿਸਟਰੀਆਂ ਕਰਨੀਆਂ ਸ਼ੁਰੂ ਕਰਤੀਆਂ। ਕੋਈ ਪੈਸਾ ਤੁਹਾਡਾ ਨਹੀਂ ਲੱਗਣਾ, ਸਾਰਾ ਸਰਕਾਰ ਵੱਲੋਂ ਤੁਹਾਨੂੰ ਸਨਦਾਂ ਬਣਾ ਕੇ ਅਸੀਂ ਦੇਣੀਆਂ, ਜਿਸ ਤਰ੍ਹਾਂ ਕਿ ਅੱਜ ਅਸੀਂ ਸ਼ੁਰੂਆਤ ਕੀਤੀ ਹੈ, ਦਿੱਤੀਆਂ। ਸੋ ਇਸ ਤਰ੍ਹਾਂ ਦੀਆਂ ਹੁਣ ਅਸੀਂ ਬਿਜਲੀ ਦੀ ਸਕੀਮ ਲੈ ਕੇ ਆਏ ਹਾਂ। ਪਿੰਡਾਂ ਦੇ ਵਿੱਚ 10-10, 20-20 ਹਜ਼ਾਰ, 50-50 ਹਜ਼ਾਰ ਦੇ ਬਿੱਲ ਚੱਕੀ ਫਿਰਦੇ ਸੀ ਲੋਕ। ਮੇਰੇ ਪਾਸ ਜਦ ਮੈਂ ਮੁੱਖ ਮੰਤਰੀ ਨਹੀਂ ਸੀ ਬਣਿਆ, ਬਹੁਤ ਆਉਂਦੇ ਕਿ ਜੀ ਸਾਡਾ 50 ਹਜ਼ਾਰ ਦਾ ਬਿੱਲ ਆ ਗਿਆ। ਮੈਂ ਮੱਥੇ ਨੂੰ ਹੱਥ ਮਾਰਾਂ, ਯਾਰ ਇਹ ਤਾਂ ਸਾਰੀ ਉਮਰ ਆਪਣੀ ਵੇਚ ਦੇਵੇ ਤਾਂ 50 ਹਜ਼ਾਰ ਦਾ ਬਿੱਲ ਨਹੀਂ ਜਮ੍ਹਾਂ ਕਰਾ ਸਕਦਾ। ਇਹਦਾ ਬਿੱਲ ਕਿਸ ਤਰ੍ਹਾਂ ਆ ਗਿਆ 50 ਹਜ਼ਾਰ? ਉਹ ਸਾਰੇ ਬਿੱਲ ਪਾੜ ਦੇਣੇ ਆ ਮੈਂ। 2 ਕਿਲੋਵਾਟ ਤੱਕ ਦੇ ਲੋਕਾਂ ਦੇ, ਚਾਹੇ ਉਹ ਕਿਸੇ ਵਰਗ ਦਾ ਹੈ, ਜਾਤੀ ਨਾਲ ਕੋਈ ਸੰਬੰਧ ਨਹੀਂ, ਧਰਮ ਨਾਲ ਕੋਈ ਸੰਬੰਧ ਨਹੀਂ, 2 ਕਿਲੋਵਾਟ ਤੱਕ ਜਿਨ੍ਹਾਂ ਦਾ ਕਨੈਕਸ਼ਨ ਹੈ। ਮੈਂ ਤੁਹਾਨੂੰ ਦੱਸ ਵੀ ਦੇਣਾ ਚਾਹੁੰਦਾ ਕਿੰਨਿਆਂ ਦੇ ਕਨੈਕਸ਼ਨ ਹੈ, ਵੀ ਕਈ ਵਾਰ ਭੁਲੇਖਾ ਜਿਹਾ ਪੈ ਜਾਂਦਾ ਹੈ। 72,000 ਪੰਜਾਬ ਦੇ ਵਿੱਚ ਟੋਟਲ ਕਨੈਕਸ਼ਨ ਹੈ ਬਿਜਲੀ ਦੇ। ਉਹਦੇ ਵਿੱਚੋਂ 72 ਲੱਖ ਟੋਟਲ ਕਨੈਕਸ਼ਨ ਹੈ। 52 ਲੱਖ 2 ਕਿਲੋਵਾਟ ਤੱਕ ਦੇ ਹੈ। ਉਹਨਾਂ ਸਾਰਿਆਂ ਦੇ ਪੁਰਾਣੇ ਬਕਾਏ ਮਾਫ ਇਹ ਪੰਜਾਬ ਸਰਕਾਰ ਨੇ, ਤੁਹਾਡੀ ਸਰਕਾਰ ਨੇ ਕਰਦੇ। ਐਸੀ ਫਾਰਮ ਦੇ ਕੇ ਭੇਜ ਰਹੇ हैं। 1200 ਕਰੋੜ ਰੁਪਈਆ ਇਹਦੇ ਨਾਲ ਮਾਫ ਹੋਣਾ ਹੈ। ਘੱਟੋ ਘੱਟ 15 ਕਰੋੜ ਰੁਪਈਆ ਤੁਹਾਡੇ ਹਲਕੇ ਦਾ, ਤੁਹਾਡੇ ਸ਼ਹਿਰ ਦਾ ਮਾਫ ਹੋਣਾ ਇਹਦੇ ਨਾਲ। ਐਸੀ ਫਾਰਮ ਭੇਜ ਰਹੇ हैं। ਫਾਰਮ ਭਰੋ। 3 ਮੈਂਬਰੀ ਕਮੇਟੀ ਬਣਾਈ ਹੈ। ਜਦ ਲੀਕ ਵੱਜ ਜਾਣੀ ਹੈ, ਅਗਲਾ ਜਿਹੜਾ ਬਿੱਲ ਆਏਗਾ ਉਹਦੇ 'ਚ ਲਿਖ ਕੇ ਆਏਗਾ ਕਿ ਇੰਨਾ ਬਕਾਇਆ ਮਾਫ ਪ੍ਰਾਣ ਤੁਹਾਡਾ। ਜਿਹਦੇ ਕਨੈਕਸ਼ਨ ਬਿਜਲੀ ਕਰਕੇ ਗਰੀਬ ਦੇ ਕੱਟ ਹੋਏ ਵੇ, ਨਹੀਂ ਦੇ ਸਕਿਆ ਬਿਜਲੀ ਦੇ ਬਿੱਲ ਕਰਕੇ, ਉਹ ਸਾਰੇ ਤੇ ਦੁਬਾਰੇ ਫ੍ਰੀ ਲਾ ਕੇ ਤੁਹਾਨੂੰ ਅਸੀਂ ਦੇਣ ਲੱਗੇ ਆ। ਇਹ ਅਸੀਂ ਕੈਬਨਿਟ ਦੇ ਵਿੱਚ ਫੈਸਲਾ ਕਰ ਲਿਆ ਯਾਰ, ਥੱਲੋਂ ਲਾਗੂ ਹੋ ਰਿਹਾ। ਦੀਵਾਲੀ ਤੱਕ ਅਸੀਂ ਇਹਨੂੰ ਲਾਗੂ ਕਰ ਦੇਣਾ। ਕਿਸਾਨ ਯੂਨੀਅਨ BKU ਦੇ ਬੁਲਾਰੇ ਰਾਕੇਸ਼ ਟਕੈਤ ਦਾ ਬਿਆਨ ਸਾਹਮਣੇ ਆਇਆ ਹੈ।
ਡਕੈਤ ਨੇ ਕਿਹਾ ਜੋ ਹੋਇਆ ਉਹ ਗਲਤ ਹੈ, ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਜਾਂਚ ਦਾ ਵਿਸ਼ਾ ਹੈ, ਇਹ ਸਾਡੇ ਵਿਰੋਧ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ, ਇਸ ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਸਿੰਘੂ ਸਰਹੱਦ ਤੇ ਇੱਕ ਨੌਜਵਾਨ ਦਾ ਕਤਲ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ ਵਕੀਲ ਸੁਸ਼ਾਂਤ ਸ਼ੇਖਰ ਝਾਅ ਨੇ ਇੱਕ ਅਰਜ਼ੀ ਦਾਇਰ ਕਰਦੇ ਹੋਏ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਸੜਕਾਂ ਤੋਂ ਹਟਾਇਆ ਜਾਏ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਇੱਕ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਔਰਤ ਨਾਲ ਬਲਾਤਕਾਰ ਵੀ ਹੋਇਆ ਸੀ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹਿੰਸਾ ਹੋਈ ਸੀ। ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿੱਚ ਇਹ ਅੰਦੋਲਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ। ਸੁਪਰੀਮ ਕੋਰਟ ਤੋਂ ਵਿਚਾਰ ਅਧੀਨ ਪਟੀਸ਼ਨ ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਗਈ ਹੈ। ये पहले भी बातचीत आई थी एक बार कि जो नियंग फौज है इसकी अभी जरूरत नहीं है और जब इनको जरूरत होगी तो इनको बुला लेंगे, लेकिन कुछ लोग रह गए यहाँ पे और उनका रहा क्योंकि वे भी उसी दिन से शामिल है। और ये जो घटना हुई है ये एक धार्मिक घटना है, इसका किसानी आंदोलन से संबंध नहीं है। और उन्होंने फिर भी ये कहा है कि ये हमारा खुद का मामला था, व्यक्तिगत मामला था, धार्मिक मामला था और इससे किसान के उससे ना जोड़ा जाए। भारत सरकार इससे किसान के इशू पे इसको ना जोड़े। ये उन्होंने दोनों तरफ से बयान उनके साफ हैं कि ये हमारा मामला था, ये धार्मिक मामला था और भारत सरकार किसानों से इसको ना जोड़े। और किसानों ने भी यही कहा कि इसका किसानी इशू नहीं था, ये एक धार्मिक इशू था। तो उनसे बातचीत कर रहे हैं और बातचीत ये है कि उनकी अभी जरूरत नहीं है यहाँ पे, कभी जरूरत होगी तो फिर उनको बुलवा लिया जाएगा। और उस सेंसिटिव जो वो है वहां से उनसे उस संबंध में बातचीत निहंग सिख जो है उनसे बातचीत हो। और जो फौजें हैं क्योंकि बिल्कुल फ्रंट लाइन पे है और सरकार कभी भी माहौल खराब करवा सकती है। और ये जो भी षड्यंत्र था ये पूर्ण रूप से सरकारों की देन है, क्योंकि हमारी इंटेलिजेंस अगर ये घटनाक्रम हुआ तो कहाँ थी। जिस तरह से बैरिकेटिंग पे कोई काम हुआ और बैरिकेटिंग वो दिल्ली पुलिस के वहां पे वही हमारी इंटेलिजेंस रहती है, क्या उसको नहीं जानकारी थी? तो इसका मतलब ये लगता है कि सबकी जानकारी में ये था और ये करवाया हुआ एक तरह से वो है। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਇੱਕ ਵਾਰ ਫਿਰ ਤੋਂ ਫੁੱਟ ਗਿਆ ਹੈ। ਹਾਦਸੇ ਲਈ ਜ਼ਿੰਮੇਵਾਰ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਅੰਦੋਲਨ ਦੀ ਕਾਲ ਦਿੱਤੀ ਗਈ ਸੀ। ਇਸੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਸੂਬੇ ਭਰ 'ਚ ਰੇਲ ਰੋਕੋ ਅੰਦੋਲਨ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਦਾ ਅਸਰ ਪੰਜਾਬ ਭਰ ਵਿੱਚ ਵੀ ਵੇਖਣ ਨੂੰ ਮਿਲਿਆ। ਇਹ ਧਰਨਾ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਵੱਲੋਂ ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ ਨੂੰ ਰੋਕ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਰੇਲਵੇ ਮੰਡਲ RPF ਦੇ ਸਹਾਇਕ ਸੁਰੱਖਿਆ ਕਮਿਸ਼ਨਰ ਨੇ ਡਿਪਟੀ ਚੀਫ ਕੰਟਰੋਲਰ ਨੂੰ ਪੱਤਰ ਲਿਖਿਆ ਸੀ। ਪੱਤਰ 'ਚ ਉਹਨਾਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ RPF ਦੇ ਥਾਣਿਆਂ ਨੂੰ ਹਦਾਇਤ ਜਾਰੀ ਕੀਤੀ ਸੀ। ਰੇਲਵੇ ਲਾਈਨਾਂ ਤੋਂ ਇਲਾਵਾ ਰੇਲਵੇ ਪ੍ਰਾਪਰਟੀ ਤੇ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਤੇ ਜ਼ੋਰ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ 3 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜੇ ਕਿਸਾਨਾਂ ਤੇ ਗੱਡੀ ਚੜਾ ਦਿੱਤੀ ਗਈ ਸੀ। ਇਸ ਹਾਦਸੇ 'ਚ ਘੱਟੋ-ਘੱਟ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਜਿਹੜੀ ਗੱਡੀ ਕਿਸਾਨਾਂ ਤੇ ਚੜਾਈ ਗਈ ਸੀ ਉਸ 'ਚ ਗ੍ਰਹਿ ਰਾਜ ਮੰਤਰੀ ਅਜੇ ਟੋਨੀ ਦਾ ਪੁੱਤਰ ਅਤੇ ਹੋਰ ਨਜ਼ਦੀਕੀ ਸਵਾਰ ਸਨ। ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 10 ਵਜੇ ਤੋਂ 4 ਵਜੇ ਤੱਕ ਸਾਰੇ ਭਾਰਤ ਵਿੱਚ ਰੇਲਾਂ ਬੰਦ ਕਰ ਰਹੇ ਹਾਂ। ਉਹਦਾ ਕਾਰਨ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਕਿਸਾਨ ਜ਼ਬਰ ਦਾ ਸ਼ਿਕਾਰ ਹੈ UP ਸਰਕਾਰ ਦਾ, ਉੱਥੋਂ ਦੇ ਗੁੰਡਿਆਂ ਨੇ ਜੋ ਸ਼ਾਂਤਮਈ ਕਿਸਾਨ ਵਾਪਸ ਘਰਾਂ ਨੂੰ ਜਾ ਰਹੇ ਸੀ ਉਹਨਾਂ ਨੂੰ ਪਿੱਛੋਂ ਗੱਡੀਆਂ ਚੜਾ ਕੇ ਦਰੜਿਆ ਸ਼ਹੀਦ ਕੀਤਾ। ਉਹਨਾਂ ਦੀ ਗ੍ਰਿਫਤਾਰੀ ਔਰ ਉਹਦੇ ਬਾਪ ਜਿਹੜਾ ਗ੍ਰਹਿ ਮੰਤਰੀ ਆ ਉਹਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਨਾਲ ਖੱਟੜ ਸਰਕਾਰ ਜਿਹਨੇ ਇਹ ਬਿਆਨ ਦਿੱਤਾ ਕਿ ਡਾਂਗਾ ਫੜ ਲਓ, ਇਹੋ ਜਿਹਾ ਸਰਕਾਰੀ ਅੱਤਵਾਦੀ ਜਿਹੜਾ ਖੱਟੜ ਹੈ ਮਨੋਹਰ ਲਾਲ, ਉਹਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਰੇਲਾਂ ਦਾ ਜੋ ਸਾਨੂੰ
ਰੋਕਣ ਦਾ ਪ੍ਰੋਗਰਾਮ ਦਿੱਤਾ ਸੀ, ਉਸ ਸੱਦੇ ਦੇ ਉੱਤੇ ਅਮਲ ਕਰ ਰਹੇ ਹਾਂ। ਮੋਗਾ ਦੇ ਵਿੱਚ ਰੇਲ ਤੁਹਾਡੇ ਸਾਹਮਣੇ ਰੁਕੀ ਖੜੀ ਹੈ ਤੇ ਰੋਕੀ ਰੱਖਾਂਗੇ। ਇਸ ਤੋਂ ਵੀ ਅੱਗੇ ਸੰਯੁਕਤ ਮੋਰਚਾ ਜੋ ਪ੍ਰੋਗਰਾਮ ਦੇਵੇਗਾ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਅਸੀਂ ਹਰ ਕੁਰਬਾਨੀ ਲਈ ਤਿਆਰ ਹਾਂ। ਅਗਲਾ ਪ੍ਰੋਗਰਾਮ ਜੋ ਸੰਯੁਕਤ ਮੋਰਚਾ ਲਿਖੇਗਾ, ਅਸੀਂ ਆਪਣੇ ਆਪ ਕੋਈ ਇੱਥੋਂ ਮੋਗੇ ਤੋਂ ਨਹੀਂ ਲਿਖਣਾ, ਜੋ ਸੰਯੁਕਤ ਮੋਰਚਾ ਲਿਖੇਗਾ ਅਸੀਂ ਉੱਤੇ ਫੁੱਲ ਚੜਾਵਾਂਗੇ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਬੱਸ ਅੱਡੇ ਅਤੇ ਸਿਟੀ ਸੈਂਟਰ ਤੇ ਛਾਪਾ ਮਾਰਿਆ। ਇਸ ਦੌਰਾਨ ਦਸਤਾਵੇਜ਼ ਨਾ ਦਿਖਾ ਸਕਣ ਵਾਲੀਆਂ ਵੱਖ-ਵੱਖ ਟਰਾਂਸਪੋਰਟ ਦੀਆਂ 23 ਬੱਸਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਚੋਂ ਔਰਬਿਟ ਕੰਪਨੀ ਦੀਆਂ 3 ਬੱਸਾਂ ਵੀ ਸ਼ਾਮਿਲ ਹਨ। ਰਾਜਾ ਵੜਿੰਗ ਨੇ ਸਪਸ਼ਟ ਕੀਤਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਪੰਜਾਬ ਦੀਆਂ ਸੜਕਾਂ ਤੇ ਕੋਈ ਬੱਸ ਨਹੀਂ ਚੱਲੇਗੀ। ਉਹਨਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਕੀਤੀ ਸਖਤੀ ਕਾਰਨ ਪਨ ਬੱਸ ਅਤੇ ਪੈਪਸੂ ਰੋਡਵੇਜ਼ ਨੂੰ ਰੋਜ਼ਾਨਾ ਲਗਭਗ 40 ਲੱਖ ਰੁਪਏ ਦਾ ਲਾਭ ਹੋਇਆ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸੰਬੰਧੀ ਜਾਂਚ ਪੜਤਾਲ ਕਰਨ ਸਮੇਤ ਵਾਹਨ ਦੀ ਉਮਰ, ਪ੍ਰਦੂਸ਼ਣ ਦਾ ਪੱਧਰ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵਾਹਨ ਦੀ ਜਾਂਚ ਕੀਤੀ ਜਾਵੇ, ਤਾਂ ਜੋ ਸੜਕਾਂ ਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖਤਰਾ ਨਾ ਬਣਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਬੱਸਾਂ ਦੀ ਹਾਲਤ ਸੁਧਾਰਨ ਬਾਰੇ ਰਾਜਾ ਵੜਿੰਗ ਨੇ ਦੱਸਿਆ ਕਿ ਟਾਟਾ ਮੋਟਰਸ ਨੂੰ 842 ਨਵੀਆਂ ਬੱਸਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ। ਉਹਨਾਂ ਦੀ ਬਾਡੀ ਦੇ ਟੈਂਡਰ ਵੀ ਹੋ ਚੁੱਕੇ ਨੇ। ਆਸ ਹੈ ਕਿ ਮਹੀਨੇ ਤੱਕ ਨਵੀਆਂ ਸਰਕਾਰੀ ਬੱਸਾਂ ਸੜਕਾਂ ਤੇ ਆ ਜਾਣਗੀਆਂ। ਸਿੰਘੂ ਬਾਰਡਰ ਤੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਦੀ ਕਾਰਵਾਈ ਅਤੇ ਗਤੀਵਿਧੀਆਂ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ। ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਵਾਲੀ ਥਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਖਾਲੀ ਕਰਨ ਦੀ ਮੰਗ ਤੂਲ ਫੜਦੀ ਜਾ ਰਹੀ ਹੈ। ਇਸ ਮੰਗ ਉੱਤੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਵੀ ਫੈਸਲਾ ਕਰਨ ਜਾ ਰਹੀਆਂ ਨੇ। ਦਰਅਸਲ 27 ਅਕਤੂਬਰ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਸਿੰਘੂ ਬਾਰਡਰ ਖਾਲੀ ਕਰਨ ਦਾ ਫੈਸਲਾ ਲਿਆ ਜਾਵੇਗਾ। ਸਿੰਘੂ ਬਾਰਡਰ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਨਿਹੰਗ ਸਿੰਘ ਰਾਜਾ ਰਾਮ ਦਾ ਕਹਿਣਾ ਹੈ ਕਿ 27 ਅਕਤੂਬਰ ਨੂੰ ਸਿੰਘੂ ਬਾਰਡਰ ਤੇ ਹੋਣ ਵਾਲੀ ਪੰਥਕ ਇਕੱਤਰਤਾ ਵਿੱਚ ਸਮੂਹ ਪੰਥਕ ਜਥੇਬੰਦੀਆਂ, ਸੰਤ ਸਮਾਜ, ਬੁੱਧੀਜੀਵੀ ਅਤੇ ਹੋਰ ਸਿੱਖ ਸੰਗਤ ਹਾਜ਼ਰ ਰਹੇਗੀ। ਇਸ ਦੌਰਾਨ ਹੀ ਫੈਸਲਾ ਲਿਆ ਜਾਏਗਾ ਕਿ ਸਿੰਘੂ ਮੋਰਚਾ ਤੋਂ ਨਿਹੰਗ ਸਿੰਘ ਜਥੇਬੰਦੀਆਂ ਪਾਸੇ ਹੋਣਗੀਆਂ ਜਾਂ ਨਹੀਂ। ਨਿਹੰਗ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਭੱਜਣ ਵਾਲੀ ਕੌਮ ਨਹੀਂ ਹਾਂ, ਜੋ ਕੀਤਾ ਉਸ ਨੂੰ ਕਬੂਲ ਕੀਤਾ ਗਿਆ ਹੈ ਅਤੇ ਖੁਦ ਗ੍ਰਿਫਤਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਹਿਮਾਇਤ ਲਈ ਆਏ ਸੀ। ਨਿਹੰਗ ਫੌਜ ਦਾ ਗਠਨ ਹੀ ਕਿਸੇ ਮੁਸ਼ਕਿਲ ਵਿੱਚ ਢਾਲ ਬਣ ਕੇ ਖੜਨ ਲਈ ਹੋਇਆ ਹੈ। ਸਿੰਘੂ ਬਾਰਡਰ ਤੇ ਸਥਿਤੀ ਨਾਜ਼ੁਕ ਹੋਣ ਦੇ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਸ ਘਟਨਾ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਸੀ। ਮੋਰਚੇ ਨੇ ਸਪਸ਼ਟ ਕੀਤਾ ਸੀ ਕਿ ਇਸ ਘਟਨਾ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ, ਨਾ ਨਿਹੰਗ ਸਿੰਘ ਅਤੇ ਨਾ ਹੀ ਮ੍ਰਿਤਕ ਲਖਬੀਰ ਸਿੰਘ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੈ। ਉਹਨਾਂ ਨੇ ਪੁਲਿਸ ਤੋਂ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ। ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਕੈਤ ਅਤੇ ਯੋਗੇਂਦਰ ਯਾਦਵ ਸਣੇ ਸਾਰੇ ਆਗੂ ਇਹ ਸਪਸ਼ਟ ਕਰ ਚੁੱਕੇ ਨੇ ਕਿ ਧਾਰਮਿਕ ਮੋਰਚਾ ਨਹੀਂ ਬਲਕਿ ਕਿਸਾਨ ਮੋਰਚਾ ਹੈ। ਇਸ ਨੂੰ ਧਾਰਮਿਕ ਰੰਗਤ ਦੇਣ ਦਾ ਯਤਨ ਨਾ ਕੀਤਾ ਜਾਵੇ। ਕਾਠਿਆ ਸਾਰਾ ਆਪ ਮਹਾਰਾ ਏ, ਇੰਨਾ ਕੱਟ ਜਥੇਬੰਦੀਆਂ ਨਾਲ ਕੋਈ ਹੈ ਨਹੀਂ। ਹਰ ਬੰਦਾ ਆਪ ਮਹਾਰਾ, ਹਰ ਬੰਦਾ ਕਾਨੂੰਨ ਰੱਦ ਕਰਾਉਣ ਦੇ ਹੱਕ 'ਚ ਬੈਠਾ ਹੈ। ਇਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਬੇਨਤੀ ਕਰਦੇ ਹਾਂ, ਪੰਜਾਬ 'ਚ ਵੀ ਬੇਨਤੀ ਕਰਦੇ ਹਾਂ ਵੀ ਜਿੰਨਾ ਸਾਡਾ ਸੰਤ ਸਮਾਜ ਦੇਖੋ 4 ਦਿਨ ਤੋਂ ਪੰਥਕ ਜਥੇਬੰਦੀਆਂ ਚੁੱਪ ਹੈ, ਕਿੰਨੀ ਚੁੱਪ ਦਾ ਧਰਮ ਧਾਰਿਆ। ਹੋਰ ਦੇਖੋ ਸਾਡੇ ਕਿੰਨੇ ਭਰਾ ਬੋਲ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਪਰ ਨਹੀਂ, ਸਾਡੇ ਜਿਹੜੇ ਪੰਥਕ ਜਥੇਬੰਦੀ ਹੈ ਉਹਨਾਂ ਨੇ ਜ਼ਰੂਰ ਮੂੰਹ ਤੇ ਚੇਪੀਆਂ ਲਾਈਆਂ ਹੋਈਆਂ ਨੇ। ਇਸ ਕਰਕੇ ਸਾਡੇ ਨਿਹੰਗ ਸਿੰਘਾਂ ਨਾਲ ਸਾਨੂੰ ਕੋਈ ਦੁੱਖ ਨਹੀਂ। ਜੇ ਉਹਨੇ ਗਲਤੀ ਕੀਤੀ ਸੋਧਤਾ, ਬਾਕੀ ਦਲਤਾਂ ਦੀ ਜਿਹੜੀ ਗੱਲ ਆ, ਜਿਹੜੀਆਂ ਇੱਥੇ ਜਿਹੜੀਆਂ ਜਾਲੀਆਂ ਬਿਠਿਆ ਰੰਗਰੇਟੇ ਜਥੇਬੰਦੀਆਂ ਬੈਠੀ ਹੈ। ਹੋਰ ਵੀ ਸਾਰਾ ਭਾਈਚਾਰਾ ਜਾਤ ਪਾਤ ਨਾ ਖਾਲਸਾ ਪੰਥ ਮੰਨਦਾ ਹੈ, ਨਾ ਖਾਲਸੇ ਪੰਥ 'ਚ ਜਾਤ ਪਾਤ ਹੈ। ਜਿਹੜਾ ਜਾਤ ਪਾਤ ਕਰਦਾ ਹੈ ਜਾਂ ਜਾਤ ਪਾਤ ਸਮਝਦਾ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹੋ ਸਕਦਾ, ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਬੇਅਦਬੀ ਦਾ ਮਸਲਾ ਹੈ, ਸਾਨੂੰ ਜੇ ਸੰਗਤ ਸਾਰੀ ਪੰਥ ਖਾਲਸਾ, ਸਾਰੀ ਸਾਧ ਸੰਗਤ ਪੰਜਾਬ ਹਰਿਆਣਾ, ਜਿਹਨੇ ਕਿਸਾਨ ਵੀਰ ਕਹਿਣਗੇ ਤੇ ਅਸੀਂ ਬੜੀ ਖੁਸ਼ੀ ਨਾਲ ਇੱਥੋਂ ਚਾਲਾਂ ਮਾਰ ਕੇ ਘੋੜੇ ਪੰਜਾਬ ਲੈ ਜਾਵਾਂਗੇ। ਤੇ ਜੇ ਸਾਰੇ ਜਥੇਬੰਦੀਆਂ, ਸਾਰੀ ਸੰਗਤ ਕਹੇਗੀ ਵੀ ਮੋਰਚਾ ਫਤਿਹ ਕਰਕੇ ਜਾਣਾ, ਅਸੀਂ ਫਿਰ ਮੋਰਚਾ ਫਤਿਹ ਕਰਕੇ ਹੀ ਜਾਵਾਂਗੇ। ਇਸ ਕਰਕੇ ਸਾਰੀ ਸਾਧ ਸੰਗਤ ਨੂੰ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ 27 ਤਰੀਕ ਨੂੰ ਇੱਥੇ ਜੋ ਬਾਬਾ ਜੀ ਨੇ ਦੱਸਿਆ ਜਿਹੜਾ ਇਕੱਠ ਰੱਖਿਆ ਗਿਆ ਪੰਥਕ ਜਥੇਬੰਦੀਆਂ ਵੱਲੋਂ ਜਾਂ ਸੰਤ ਸਮਾਜ ਦੇ, ਜਿਨ੍ਹਾਂ ਨੂੰ ਇਹ ਕੌਮ ਦਾ, ਇਹ ਸੰਘਰਸ਼ ਦਾ ਦਰਦ ਹੈ, ਸਾਰੇ ਇੱਥੇ ਇਕੱਠੇ ਹੋਣਗੇ। ਬਾਕੀ ਸਾਡੇ ਕੋਲ ਬਾਬਾ ਬਲਵਿੰਦਰ ਸਿੰਘ ਜੀ ਇਹ ਵੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ। ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, ਸ਼ਹਿਰਾਂ 'ਚ ਪਾਣੀ ਦੇ 700 ਕਰੋੜ ਰੁਪਏ ਦੇ ਬਕਾਇਆ ਬਿੱਲ ਨੂੰ ਮੁਆਫ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸੂਬੇ 'ਚ ਪਾਣੀ ਦਾ ਬਿੱਲ
ਫਿਕਸ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰ ਦੇ ਵਾਟਰ ਵਰਕਸ ਦਾ ਬਿੱਲ ਹੁਣ ਸਰਕਾਰ ਵੱਲੋਂ ਭਰਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦਾ ਵੀ 1168 ਕਰੋੜ ਦਾ ਬਿਜਲੀ ਬਿੱਲ ਮੁਆਫ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੋਂ ਡੀ ਕਲਾਸ ਕਰਮਚਾਰੀਆਂ ਦੀ ਰੈਗੂਲਰ ਭਰਤੀ ਹੋਵੇਗੀ, ਜਿਸ ਦੇ ਚੱਲਦੇ ਆਊਟਸੋਰਸਿੰਗ ਦਾ ਸਿਸਟਮ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੱਖੂ ਪੱਟੀ ਰੇਲ ਲਿੰਕ ਦੇ ਲਈ ਐਕਵਾਇਰ ਜ਼ਮੀਨ ਦਾ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇ। ਅਸੀਂ ਅੱਜ ਕੈਬਨਿਟ ਦੇ ਵਿੱਚ ਕੁਝ ਮਹੱਤਵਪੂਰਨ ਫੈਸਲੇ ਸ਼ਹਿਰਾਂ ਦੇ ਪਿੰਡਾਂ ਦੇ ਲੋਕਾਂ ਵਾਸਤੇ ਅੱਛੇ ਫੈਸਲੇ ਲਏ। ਮੈਂ ਜਦ ਆਪੋਜੀਸ਼ਨ ਲੀਡਰ ਸੀਗਾ ਤਾਂ ਸਾਡਾ ਇੱਕ ਪਿੰਡ ਹੈ ਸੀਹੋ ਮਾਜਰਾ, ਉੱਥੇ ਮੈਨੂੰ ਬੀਬੀਆਂ ਨੇ ਰੋਕ ਲਿਆ। ਅਖੇ ਜੀ 4 ਦਿਨ ਹੋ ਗਏ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ। ਖਬਰ ਲੱਗੀ ਸੀ, ਗਿਆ ਮੈਂ ਵੈਸੇ ਤਾਂ ਸੀ ਉੱਥੇ, ਬੀਬੀਆਂ ਨੇ ਰੋਕ ਲਿਆ ਮੈਨੂੰ ਕਿ ਜੀ ਸਾਡਾ ਕਨੈਕਸ਼ਨ ਕੱਟ ਹੋ ਗਿਆ ਹੈ, ਜਿਹੜਾ ਸਾਡਾ ਪਿੰਡ ਦਾ ਟਿਊਬਵੈਲ ਹੈ ਉਹਦਾ ਸਾਡਾ ਬਕਾਇਆ ਜਮਾ ਨਹੀਂ ਹੋਇਆ, ਇਸ ਕਰਕੇ ਸਾਡਾ ਕਨੈਕਸ਼ਨ ਕੱਟਿਆ ਗਿਆ। ਸਾਡਾ ਤਾਂ ਪਾਣੀ ਰੁਕਿਆ ਹੋਇਆ, ਸਾਨੂੰ ਨਹਾਉਣ ਤੇ ਔਖੇ ਹੈ। ਕਾਰਨ ਕਿਆ ਸੀ ਕਿ ਪਿੰਡ ਦੀ ਪੰਚਾਇਤ ਟੈਂਕੀ ਨੂੰ ਚਲਾਉਂਦੀ ਹੈ, ਟੈਂਕੀ ਦਾ ਬਿੱਲ ਕਾਫੀ ਸਮੇਂ ਤੋਂ ਲਮਕਿਆ ਹੋਇਆ ਸੀ, ਪਿੰਡ ਸਮਰਥ ਨਹੀਂ ਸੀ ਜਮਾ ਕਰਾਉਣ ਦੇ, ਔਰ ਬਿਜਲੀ ਵਾਲੇ ਕਨੈਕਸ਼ਨ ਕੱਟ ਗਏ। ਸਰਕਾਰ ਅਕਾਲੀ ਦਲ ਦੀ ਸੀਗੀ, ਤਾਂ ਤੁਸੀਂ ਉਹਨਾਂ ਦਿਨਾਂ ਸ਼ਾਇਦ ਫੋਟੋ ਵੀ ਅਖਬਾਰਾਂ 'ਚ ਦੇਖੀ ਹੋਵੇ, ਮੈਂ ਆਪ ਖੰਭੇ ਪਰ ਚੜ੍ਹ ਕੇ ਮੈਂ ਕਈਆਂ ਨੂੰ ਕਿਹਾ ਯਾਰ ਲਗਾ ਦਿਓ ਕਨੈਕਸ਼ਨ, ਮੈਂ ਖੜਾ ਕੋਈ ਗੱਲ ਨਹੀਂ ਦੇਖ ਲਾਂਗੇ, ਲੇਕਿਨ ਹਰ ਕੋਈ ਡਰਦਾ ਚੜ੍ਹੇ ਨਾ। ਸਰਪੰਚ ਨੂੰ ਕਿਹਾ ਹੋਵੇ ਨਾ, ਮੈਂ ਵੀ ਨਹੀਂ ਚੜ੍ਹਦਾ ਜੀ। ਅਲਟੀਮੇਟਲੀ ਪਾਣੀ ਤਾਂ ਪਿੰਡ 'ਚ ਪਹੁੰਚਾਉਣਾ ਸੀ, ਮੈਂ ਆਪ ਖੰਭੇ ਪਰ ਚੜ੍ਹ ਕੇ ਉਹਨਾਂ ਦਾ ਕਨੈਕਸ਼ਨ ਲਗਾਇਆ। ਇਹ 2016 ਦੀ ਗੱਲ ਹੈ, ਜਦ ਮੈਂ ਆਪੋਜੀਸ਼ਨ ਲੀਡਰ ਸੀ। ਜਦ ਮੈਂ ਸੋਚਿਆ ਸੀ ਕਿ ਜਿਸ ਤਰ੍ਹਾਂ ਅਸੀਂ ਕਿਸਾਨਾਂ ਦੀਆਂ 50, 60, 100 ਜਾਂ 200 ਹਰ ਪਿੰਡ ਦੇ ਵਿੱਚ ਮੋਟਰਾਂ ਦਾ ਬਿੱਲ ਮਾਫ ਕੀਤਾ ਹੋਇਆ ਹੈ, ਉਸੇ ਤਰ੍ਹਾਂ ਪਿੰਡ ਦੇ ਜਿਹੜੇ ਸਿਟੀਜ਼ਨ ਹੈ, ਚਾਹੇ ਉਹ ਕਿਸੇ ਵਰਗ ਦੇ ਹੈ, ਉਹਨਾਂ ਨੂੰ ਜਿਹੜੀ ਪਾਣੀ ਦਿੰਦੀ ਹੈ ਮੋਟਰ, ਉਹਦਾ ਵੀ ਬਿੱਲ ਮਾਫ ਕਰਾਂਗੇ। ਸੇਮ ਸ਼ਹਿਰਾਂ ਵਿੱਚ ਵੀ ਇਹ ਸਥਿਤੀ। ਸੋ ਅੱਜ ਅਸੀਂ ਇੱਕ ਮਹੱਤਵਪੂਰਨ ਫੈਸਲੇ ਦੇ ਨਾਲ ਸ਼ਹਿਰਾਂ ਦੇ ਵਿੱਚ ਜਿਹੜੇ ਪਾਣੀ ਦੇ ਰੇਟ ਆ ਉਹ ਫਲੈਟ ਰੇਟ ਕੀਤਾ ਹੈ, ਤੇ ਉਹਦੇ ਵਿੱਚ 700 ਕਰੋੜ ਰੁਪਏ ਦੇ ਬਕਾਏ ਹੈ ਜਿਹੜੇ ਲੋਕਾਂ ਦੇ ਖੜੇ ਹੈ। 700 ਕਰੋੜ ਸਮਰਥ ਨਾ ਹੋਣ ਕਰਕੇ ਦੇ ਨਹੀਂ ਰਹੇ ਲੋਕ, ਇਸ ਕਰਕੇ ਅਸੀਂ ਉਹ 700 ਕਰੋੜ ਰੁਪਏ ਪਰ ਅੱਜ ਲੀਕ ਮਾਰ ਰਹੇ ਹਾਂ। ਪੁਰਾਣੇ ਪਾਣੀ ਦੇ ਬਕਾਏ ਸਾਰੇ ਸ਼ਹਿਰਾਂ ਦੇ ਮਾਫ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਆਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਬਾਰਡਰ ਸਿਕਿਉਰਿਟੀ ਫੋਰਸ BSF ਦਾ ਅਧਿਕਾਰ ਖੇਤਰ ਅੱਧੇ ਪੰਜਾਬ ਤੱਕ ਵਧਾਉਣ ਦੀ ਤਜਵੀਜ਼ ਲਈ ਸਹਿਮਤੀ ਕਿਉਂ ਦਿੱਤੀ। ਸੁਖਬੀਰ ਬਾਦਲ ਨੇ ਇੱਥੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਸਮਾਗਮਾਂ ਦੀ ਲੜੀ ਤਹਿਤ ਭਗਵਾਨ ਵਾਲਮੀਕੀ ਤੀਰਥ ਅਸਥਾਨ ਤੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਸੱਚਾਈ ਹੈ ਕਿ ਮੁੱਖ ਮੰਤਰੀ 5 ਅਕਤੂਬਰ ਨੂੰ ਗ੍ਰਹਿ ਮੰਤਰੀ ਨੂੰ ਮਿਲੇ, ਜਿਸ ਮਗਰੋਂ BSF ਦਾ ਅਧਿਕਾਰ ਖੇਤਰ ਸੂਬੇ ਤੇ 10 ਤੋਂ ਜ਼ਿਆਦਾ ਜ਼ਿਲ੍ਹਿਆਂ 'ਚ ਵਧਾ ਕੇ ਉਸ ਨੂੰ ਤਲਾਸ਼ੀ ਲੈਣ, ਬਰਾਮਦੀਕਰਨ ਤੇ ਗ੍ਰਿਫਤਾਰੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵਾਲਮੀਕੀ ਅਸਥਾਨ, ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ 250 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਗਿਆ, ਦੇ ਵੱਡੇ ਹਾਲ 'ਚ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ਤੇ ਦੁਆਬਾ ਇਲਾਕੇ 'ਚ ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਯੂਨੀਵਰਸਿਟੀ ਪਹਿਲਾਂ ਐਲਾਨੀ ਡਾਕਟਰ BR ਅੰਬੇਦਕਰ ਦੇ ਨਾਂ ਤੇ ਯੂਨੀਵਰਸਿਟੀ ਤੋਂ ਵੱਖਰੀ ਹੋਵੇਗੀ। ਉਹਨਾਂ ਨੇ ਸਾਰੀਆਂ ਵਿਰਾਸਤੀ ਥਾਵਾਂ ਅਤੇ ਅਹਿਮ ਧਾਰਮਿਕ ਸਥਾਨਾਂ ਤੇ ਨਿਯਮਤ ਰੱਖ ਰਖਾਅ ਵਾਸਤੇ ਵਿਸ਼ੇਸ਼ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਮੇਰੀ ਸੋਚ ਕੀ ਹੈ, ਮੈਂ ਆਪਣੇ ਚੋਣ ਪੱਤਰ 'ਚ ਵੀ ਕਿਹਾ, ਮੈਂ ਅੱਜ ਇਸ ਪਵਿੱਤਰ ਧਰਤੀ ਤੇ ਵੀ ਕਹਿ ਰਿਹਾ, ਮੇਰੀ ਤੁਸੀਂ ਮਿਹਰ ਕਰੋ, ਸਰਕਾਰ ਬਣਾਓ। ਮੇਰੀ ਸੋਚ ਕੀ ਹੈ ਕਿ ਗਰੀਬ ਬੱਚਿਆਂ ਨੂੰ ਮੈਂ ਪੜ੍ਹਾਉਣਾ, ਪੂਰੀ ਵਧੀਆ ਪੜ੍ਹਾਈ ਦੇਣੀ ਹੈ ਗਰੀਬ ਬੱਚਿਆਂ ਨੂੰ।
ਜਿਹੜੇ ਸਰਕਾਰੀ ਸਕੂਲ ਹੈ, ਮੇਰਾ ਪੂਰਾ ਧਿਆਨ, ਪੂਰਾ ਪੈਸਾ ਆਉਣ ਵਾਲੀ ਸਰਕਾਰ ਦਾ ਸਰਕਾਰੀ ਸਕੂਲਾਂ ਤੇ ਲੱਗਿਆ ਹੋਊਗਾ। ਸਤਿ ਸ੍ਰੀ ਅਕਾਲ। ਦੂਜੀ ਗੱਲ, ਜਿੰਨੇ ਸਰਕਾਰੀ ਸਕੂਲ ਤੇ ਪੜ੍ਹੇ ਹੋਏ ਬੱਚੇ ਹੈ, ਜਿੰਨੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜ ਹੈ, ਮੈਡੀਕਲ ਕਾਲਜ ਹੈ, 33% ਸਾਰਿਆਂ ਵਿੱਚ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਦੀਆਂ ਸੀਟਾਂ ਰਿਜ਼ਰਵ ਹੋਣਗੀਆਂ ਤੇ ਉਹਨਾਂ ਦੀ ਪੜ੍ਹਾਈ ਮੁਫਤ ਹੋਊਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਅਗਲੇ 5 ਸਾਲ 4 ਸਾਲ ਲੱਗਦੇ ਇੱਕ ਡਾਕਟਰ ਬਣਨ ਨੂੰ, ਮੈਂ ਅਗਲੇ 5 ਸਾਲ 'ਚ ਗਰੀਬ ਘਰਾਂ ਦੇ ਬੱਚਿਆਂ ਨੂੰ ਡਾਕਟਰ ਬਣਾ ਕੇ ਦਿਖਾਊਂਗਾ। ਮੇਰੀ ਆਸ। ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਬੱਸ ਸਟੈਂਡ ਦਾ ਨਿਰੀਖਣ ਕੀਤਾ। ਉਹ ਲੋਕਾਂ ਦੇ ਵਿਚਕਾਰ ਜਾ ਕੇ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨ 'ਚ ਜੁਟੇ ਰਹੇ। ਐਤਵਾਰ ਸਵੇਰੇ ਅੰਮ੍ਰਿਤਸਰ ਬੱਸ ਸਟੈਂਡ ਤੇ ਉਹਨਾਂ ਨੇ ਯਾਤਰੀ ਸਮੱਸਿਆਵਾਂ ਤੇ ਸਫਾਈ ਅਭਿਆਨ ਨੂੰ ਨਜ਼ਦੀਕੀ ਤੋਂ ਪਰਖਿਆ ਤੇ ਮੌਕੇ ਤੇ ਹੀ ਸਮੱਸਿਆਵਾਂ ਦਾ ਹੱਲ ਕਰਨ 'ਚ ਜੁਟ ਗਏ। ਮੰਤਰੀ ਵੜਿੰਗ ਨੇ ਪੰਜਾਬ ਦੇ ਬੱਸ ਸਟੈਂਡ ਤੇ ਸਫਾਈ ਮੁਹਿੰਮ ਅਭਿਆਨ ਆਰੰਭ ਕੀਤਾ ਹੈ। ਇਸ ਦੌਰਾਨ ਟਰਾਂਸਪੋਰਟ ਮੰਤਰੀ ਖੁਦ ਸਟੈਂਡ ਦੀ ਸਫਾਈ ਕਰਦੇ ਹੋਏ ਕੂੜਾ ਚੁੱਕਣ 'ਚ ਜੁਟੇ ਰਹੇ। ਮੰਤਰੀ ਨੂੰ ਸਫਾਈ ਕਰਦੇ ਤੇ ਕੂੜਾ ਉਠਾਉਂਦੇ ਹੋਏ ਦੇਖ ਵਿਭਾਗ ਦੇ ਕਈ ਅਧਿਕਾਰੀ ਵੀ ਉਹਨਾਂ ਦਾ ਸਾਥ ਦਿੰਦੇ ਹੋਏ ਸਫਾਈ ਅਭਿਆਨ 'ਚ ਜੁਟ ਗਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ ਪੰਜਾਬ ਰੋਡਵੇਜ਼ ਦਾ ਬੁਰਾ ਹਾਲ ਕਰਕੇ ਰੱਖਤਾ ਅਤੇ ਆਪਣੀਆਂ ਪ੍ਰਾਈਵੇਟ ਬੱਸਾਂ ਧੜੱਲੇ ਨਾਲ ਚਲਾਉਂਦੇ ਰਹੇ, ਜਿਨ੍ਹਾਂ ਉੱਤੇ ਬੀਤੇ ਦਿਨੇ ਹੀ ਰਾਜਾ ਵੜਿੰਗ ਵੱਲੋਂ ਸ਼ਿਕੰਜਾ ਕੱਸਦੇ ਹੋਏ ਕਈ ਬੱਸਾਂ ਦੇ ਚਲਾਨ ਵੀ ਕੀਤੇ ਗਏ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਹੈ ਕਿ 842 ਬੱਸਾਂ ਪੰਜਾਬ ਸਰਕਾਰ ਦੀਆਂ ਹੁਣ ਨਵੀਆਂ ਸੜਕਾਂ ਤੇ ਦੌੜਨਗੀਆਂ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਰਕਸ਼ਾਪਾਂ ਦੀ ਹਾਲਤ ਸੁਧਾਰਨ ਲਈ 22 ਕਰੋੜ ਰੁਪਏ ਦਾ ਟੈਂਡਰ ਵੀ ਪਾਸ ਕੀਤਾ ਜਾ ਰਿਹਾ ਹੈ ਅਤੇ BSF ਨੂੰ 50 ਕਿਲੋਮੀਟਰ ਦੇ ਮਿਲੇ ਅਧਿਕਾਰ ਖੇਤਰ ਤੋਂ ਬਾਅਦ ਅਕਾਲੀ ਦਲ ਵੱਲੋਂ ਕਾਂਗਰਸ ਦੇ ਚੁੱਕੇ ਜਾ ਰਹੇ ਸਵਾਲਾਂ ਤੇ ਰਾਜਾ ਵੜਿੰਗ ਬੋਲੇ ਕਿ ਅੱਜ ਦੀ ਭਾਜਪਾ ਦੇ ਨਾਲ ਅਕਾਲੀ ਦਲ ਦੀ ਗੱਠਜੋੜ ਅੰਦਰੋਂ ਹੈ। ਉਸ ਦਾ ਸਬੂਤ ਹੈ ਕਿ ਅਜੇ ਤੱਕ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਵਾਲੀ ਕੋਠੀ ਖਾਲੀ ਨਹੀਂ ਕੀਤੀ ਗਈ ਅਤੇ ਅੱਜ ਵੀ ਉਹਨਾਂ ਕੋਲ ਨੈਸ਼ਨਲ ਸਿਕਿਉਰਿਟੀ ਮੌਜੂਦ ਹੈ, ਜਦਕਿ ਪੰਜਾਬ ਵਿੱਚ ਕਾਂਗਰਸ ਦੇ ਕਿਸੇ ਵੀ ਨੇਤਾ ਕੋਲ ਨੈਸ਼ਨਲ ਸਿਕਿਉਰਿਟੀ ਨਹੀਂ। ਅਸੀਂ ਅੱਜ ਤੋਂ 15 ਦਿਨ ਪਹਿਲਾਂ ਲੁਧਿਆਣੇ ਮੈਂ ਗਿਆ ਸੀ, ਉੱਥੇ ਸਫਾਈ ਸ਼ੁਰੂ ਕਰਾਈ ਸੀ ਔਰ ਨਾ ਕੇਵਲ ਲੁਧਿਆਣਾ ਦੇ, ਅੱਜ ਪੰਜਾਬ ਦੇ ਹਰ ਬੱਸ ਸਟੈਂਡ ਦੀ ਸਫਾਈ ਹੋ ਰਹੀ ਹੈ ਜਿਹੜੇ ਸਾਡੇ PRTC ਔਰ ਪਨ ਬੱਸ ਕੋਲੇ ਜਾਂ ਰੋਡਵੇਜ਼ ਕੋਲੇ ਨੇ। ਤੇਰੇ ਪੰਜਾਬ ਨੂੰ ਨਹੀਂ, ਇਹਦੇ ਵਿੱਚ ਇਹ ਸੀਗਾ ਕਿ ਕੁਝ ਬੱਸਾਂ ਨਜਾਇਜ਼ ਚੱਲ ਰਹੀਆਂ, ਕੁਝ ਬੱਸਾਂ 1 ਨੰਬਰ ਤੇ 4 ਚੱਲ ਰਹੀਆਂ, ਕੁਝ ਬੱਸਾਂ ਟੈਕਸ ਤੋਂ ਬਿਨਾਂ ਚੱਲ ਰਹੀਆਂ। ਸੋ ਜਦੋਂ ਦੇ ਅਸੀਂ ਮਹਿਕਮਾ ਸੰਭਾਲਿਆ, ਕਾਫੀ ਬੱਸਾਂ ਅਸੀਂ ਇੰਪਾਊਂਡ ਕੀਤੀਆਂ ਜਿਨ੍ਹਾਂ ਨੇ ਟੈਕਸਸ ਨਹੀਂ, ਉਹ ਤੁਹਾਨੂੰ ਪਤਾ ਹੈ, ਜਿਨ੍ਹਾਂ ਦੀਆਂ ਤੁਸੀਂ ਵੱਡੀਆਂ ਫੋਟੋਆਂ ਹਜੇ ਕੱਲ ਪਰਸੋਂ ਹੀ ਆਇਆ ਸੀ ਇੱਥੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੂੰ ਤੁਸੀਂ ਪੁੱਛਣਾ ਸੀ ਕਿ ਭਾਈ ਟੈਕਸ ਕਿਉਂ ਨਹੀਂ ਦਿੰਦੇ। ਟੈਕਸ ਜਿਨ੍ਹਾਂ ਨੇ ਇਸ ਟਰਾਂਸਪੋਰਟ ਨੂੰ ਖਾ ਲਿਆ, ਜਿਨ੍ਹਾਂ, ਤੁਹਾਨੂੰ ਪਤਾ ਨਹੀਂ ਕੌਣ ਹੈ, ਤੁਸੀਂ ਦੱਸੋ ਕੌਣ ਹੈ। ਮੇਰੇ ਕਹਿਣ ਦਾ ਮਤਲਬ, ਜਿਨ੍ਹਾਂ ਲੋਕਾਂ ਨੇ ਆਪਦੇ ਪ੍ਰਾਈਵੇਟ ਧੰਦੇ ਕਰਕੇ ਸਰਕਾਰ 'ਚ ਰਹਿੰਦਿਆਂ ਸਰਕਾਰ ਦੇ ਮਾਲਕ ਹੋ ਕੇ 10 ਸਾਲ ਤੇ ਆਪਦੇ ਧੰਦੇ ਕਰਕੇ ਸਾਡੀ ਟਰਾਂਸਪੋਰਟ, ਜਿਹੜੀ ਲੋਕਾਂ ਦੀ ਟਰਾਂਸਪੋਰਟ ਸੀ, ਉਹਨੂੰ ਫੇਲ ਕਰਤਾ। ਮੈਂ ਹੁਣੇ ਰੋਡਵੇਜ਼ ਦੀ ਬੱਸ 'ਚ ਜਾ ਕੇ ਆਇਆ, ਉਸ ਬੱਸ ਦਾ ਹਾਲ ਦੇਖ ਲਓ, ਉਹਨਾਂ ਦੀਆਂ ਸਾਡੀਆਂ ਸੀਟਸ ਦਾ ਹਾਲ ਵੇਖ ਲਓ। ਸੋ ਉਹਨਾਂ ਲੋਕਾਂ ਨੇ ਇਹ ਹਾਲਾਤ ਪੈਦਾ ਕਰਤੇ ਔਰ ਇਹ ਉਹਨਾਂ ਦੇ ਕਾਰਨ ਸਾਡਾ ਰੈਵਨਿਊ ਮਿਸ ਹੋ ਰਿਹਾ ਹੈ। ਆਮ ਆਦਮੀ ਪਾਰਟੀ ਆਪ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ ਉਹ SC ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫਾ ਰਾਸ਼ੀ ਵਿੱਚ ਕਰੋੜਾਂ ਰੁਪਇਆਂ ਦਾ ਘੋਟਾਲਾ ਕਰਨ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਦੇ ਸਮਾਜ ਭਲਾਈ ਮੰਤਰੀ ਰਾਜਕੁਮਾਰ ਵੇਰਕਾ ਵੱਲੋਂ ਕੁਝ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਾਉਣ ਦੀ ਕਾਰਵਾਈ ਕੇਵਲ ਲੋਕਾਂ ਦੇ ਅੱਖੀਂ ਕੱਟਾ ਪਾਉਣ ਦਾ ਯਤਨ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਵਾਂਗ ਹੀ ਚੰਨੀ ਸਰਕਾਰ SC ਵਿਦਿਆਰਥੀਆਂ ਦੇ ਵਜ਼ੀਫੇ ਹੜੱਪਣ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਚਾਅ ਕਰ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਆਪਣੀ ਸਰਕਾਰ ਦੇ ਆਲੀ ਬਾਬਾ ਨੂੰ ਤਾਂ ਜ਼ਰੂਰ ਬਦਲਿਆ ਗਿਆ ਹੈ, ਪਰ ਕਾਂਗਰਸ ਸਰਕਾਰ ਦੀ ਘੁਟਾਲਾਬਾਜ਼ਾਂ ਨੂੰ ਬਚਾਉਣ ਦੀ ਨੀਅਤ ਅਤੇ ਨੀਤੀ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ ਹੈ। ਹਰਪਾਲ ਸਿੰਘ ਚੀਮਾ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਨਵੇਂ ਮੰਤਰੀ ਰਾਜਕੁਮਾਰ ਵੇਰਕਾ ਨੇ ਵਜ਼ੀਫਾ ਘੁਟਾਲਾ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ ਮੰਤਰੀ ਵੀ ਸੱਚੀ ਕਾਰਵਾਈ ਕਰਨ ਤੋਂ ਪਿੱਛੇ ਹਟ ਗਏ ਨੇ। ਸਗੋਂ ਕੁਝ ਅਧਿਕਾਰੀਆਂ ਖਿਲਾਫ ਕਾਰਵਾਈ ਦਾ ਡਰਾਮਾ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੋੜੀਦਾਰ ਸਾਧੂ ਸਿੰਘ ਧਰਮ
ਧਰਮਸੋਤ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ 'ਚ ਲੱਗੇ ਹੋਏ ਨੇ। ਚੀਮਾ ਨੇ ਦੱਸਿਆ ਕਿ ਜਦੋਂ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸਮਾਜ ਭਲਾਈ ਵਿਭਾਗ ਚਲਾ ਰਹੇ ਸਨ ਤਾਂ ਉਸ ਸਮੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਰੋੜਾਂ ਰੁਪਇਆ ਜਾਲੀ ਕਾਲਜਾਂ ਦੇ ਖਾਤਿਆਂ ਵਿੱਚ ਪਾ ਕੇ ਐਸਟੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਕਰੀਬ 2 ਲੱਖ ਤੋਂ ਜ਼ਿਆਦਾ ਐਸਸੀ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਹੋਣਾ ਪਿਆ ਸੀ। ਉਹਨਾਂ ਕਿਹਾ ਕਿ ਉਸ ਸਮੇਂ ਸੀਨੀਅਰ ਅਧਿਕਾਰੀਆਂ ਨੇ ਵਜ਼ੀਫਾ ਫੰਡਾਂ ਵਿੱਚ ਹੇਰਾਫੇਰੀਆਂ ਹੋਣ ਦੀ ਰਿਪੋਰਟ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਆਪਣੇ ਜੋੜੀਦਾਰ ਸਾਧੂ ਸਿੰਘ ਧਰਮਸੋਤ ਖਿਲਾਫ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਇਸ ਮਾਮਲੇ ਲਈ ਜ਼ਿੰਮੇਵਾਰ ਉੱਚ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ। ਅੱਜ ਇੱਕ ਪੱਤਰ ਲਿਖ ਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਾਹਿਬ ਨੂੰ ਇਹ ਜਾਣਕਾਰੀ ਅਸੀਂ ਭੇਜ ਰਹੇ ਹਾਂ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਕਿਵੇਂ ਖਾਲੀ ਹੋ ਗਿਆ, ਕਿਉਂਕਿ ਹਰ ਰੋਜ਼ ਕਾਂਗਰਸ ਦੀ ਸਰਕਾਰ ਦੁਆਰਾ ਇਹ ਲੋਕਾਂ ਨੂੰ ਦੱਸਿਆ ਜਾਂਦਾ ਕਿ ਖਜ਼ਾਨਾ ਖਾਲੀ ਹੈ। ਉਹ ਖਜ਼ਾਨਾ ਕਿਵੇਂ ਖਾਲੀ ਹੋ ਗਿਆ, ਕਿਵੇਂ ਟਰਾਂਸਪੋਰਟ ਮਹਿਕਮਾ ਜਿਹਦੇ ਤੋਂ ਇੱਕ ਵੱਡੀ ਕਮਾਈ ਵੀ ਪੰਜਾਬ ਸਰਕਾਰ ਨੂੰ ਹੁੰਦੀ ਸੀ ਤੇ ਉਸ ਕਮਾਈ ਦੇ ਨਾਲ ਇਸ ਮਹਿਕਮੇ ਦੇ ਵਿੱਚ ਵੱਡੀ ਗਿਣਤੀ 'ਚ ਰੁਜ਼ਗਾਰ ਦੇ ਸਾਧਨ ਵੀ ਪੈਦਾ ਹੁੰਦੇ ਸੀ, ਪਰ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੇ ਵਿੱਚ ਕਿਵੇਂ ਇਹਨਾਂ ਦੇ ਸਿਆਸੀ ਲੀਡਰਾਂ ਨੇ ਜਿਹੜੀ ਉਹ ਇੱਕ ਆਪਣਾ ਮਾਫੀਆ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਖਾਲੀ ਕਿਵੇਂ ਕਰਤਾ, ਰੁਜ਼ਗਾਰ ਦੇ ਸਾਧਨ ਕਿਵੇਂ ਉਜਾੜ ਦਿੱਤੇ। ਇਹ ਅੱਜ ਸਾਰੀ ਜਾਣਕਾਰੀ ਰਾਜਾ ਵੜਿੰਗ ਜੀ ਨੂੰ ਭੇਜ ਕੇ ਲਿਖਿਆ ਗਿਆ ਕਿ ਜੇ ਕਾਰਵਾਈ ਕਰਨੀ ਹੈ ਤਾਂ ਇਸ ਮਾਫੀਏ ਤੇ ਕਾਰਵਾਈ ਕਰੋ। ਦੋਸਤੋ, ਟਰਾਂਸਪੋਰਟ ਮਹਿਕਮੇ ਦਾ ਕਾਨੂੰਨ ਹੈ, ਉਸ ਕਾਨੂੰਨ ਦੇ ਮੁਤਾਬਕ ਪ੍ਰਾਈਵੇਟ ਬੱਸਾਂ ਦੀ ਔਰ ਸਰਕਾਰੀ ਬੱਸਾਂ ਦੀ ਜਿਹੜੀ ਗਿਣਤੀ ਦੀ ਪ੍ਰਤੀਸ਼ਤ ਹੈ, ਜਿਹੜੀ ਰੇਸ਼ੋ ਹੈ, ਉਹ ਤੈਅ ਹੁੰਦੀ ਹੈ ਕਿ ਕਿੰਨੇ ਪਰਮਿਟ ਸਰਕਾਰੀ ਪੈਣੇ ਆ, ਕਿੰਨੇ ਜਿਹੜੇ ਪਰਮਿਟ ਹੈ ਉਹ ਪ੍ਰਾਈਵੇਟ ਪੈਣੇ ਆ। ਉਦਾਹਰਣ ਦੇ ਵਜੋਂ 1990 ਦੇ ਵਿੱਚ ਸਟੇਟ ਹਾਈਵੇਜ਼ ਦੇ ਉੱਪਰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਜਿਹੜਾ ਕੋਟਾ ਸੀਗਾ ਉਹ 50-50 ਦੀ ਰੇਸ਼ੋ ਦਾ ਸੀਗਾ, ਅੱਧੇ ਪ੍ਰਾਈਵੇਟ ਤੇ ਅੱਧੇ ਸਰਕਾਰੀ। ਪਰ ਇਹ ਸਿਆਸੀ ਆਗੂਆਂ ਨੇ, ਬਾਦਲ ਪਰਿਵਾਰ ਨੇ, ਕਾਂਗਰਸੀਆਂ ਨੇ ਜਦੋਂ ਦੇਖਿਆ ਕਿ ਪ੍ਰਾਈਵੇਟ ਕੋਟਾ ਤਾਂ ਸਾਡਾ ਆ ਕੇ 50% ਤੇ ਖਤਮ ਹੋ ਗਿਆ, ਇਸ ਤੋਂ ਜ਼ਿਆਦਾ ਪਰਮਿਟ ਅਸੀਂ ਪਾ ਨਹੀਂ ਸਕਦੇ, ਉਦੋਂ ਇਹਨਾਂ ਨੇ ਇੱਕ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੀ ਨਵੀਂ ਸਕੀਮ ਘੜ ਲਈ। ਉਹ ਸਕੀਮ ਇਹ ਸੀਗੀ ਕਿ ਭਾਵੇਂ ਅਸੀਂ ਨਵੇਂ ਪਰਮਿਟ ਨਹੀਂ ਪਾ ਸਕਦੇ, ਪਰ ਜਿਹੜੇ ਸਾਡੇ 50% ਪਰਮਿਟ ਹੈਗੇ ਆ ਪ੍ਰਾਈਵੇਟ ਦੇ, ਉਹਨਾਂ ਨੂੰ ਇੰਨੇ ਕੁ ਵਧਾ ਲਿਆ ਜਾਵੇ, ਉਹਨਾਂ 'ਚ ਇੰਨੇ ਕੁ ਵਾਧੇ ਕਰ ਦਿੱਤੇ ਜਾਣ ਕਿ ਉਹ ਨਵੇਂ ਪਰਮਿਟਾਂ ਦਾ ਕੰਮ ਦੇ ਦੇਣ ਔਰ ਨਵੇਂ ਪਰਮਿਟਾਂ ਨਾਲੋਂ ਵੀ ਜ਼ਿਆਦਾ ਕਮਾਈ ਜਿਹੜੀ ਹੈ ਪ੍ਰਾਈਵੇਟ ਨੂੰ ਹੋ ਜੇ ਔਰ ਸਰਕਾਰੀ ਜਿਹੜੇ ਰੂਟ ਹੈ ਉਹ ਖਤਮ ਹੋ ਜਾਣ। ਸ਼੍ਰੋਮਣੀ ਯੂਥ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਦੀ ਯੋਗ ਅਗਵਾਈ ਹੇਠ ਤਪਾ ਮੰਡੀ ਵਿੱਚ ਨੌਜਵਾਨਾਂ ਦੇ ਭਰਵੇਂ ਇਕੱਠ ਨਾਲ ਮੋਦੀ ਦਾ ਪੁਤਲਾ ਫੂਕਿਆ ਗਿਆ। ਇਕੱਠੇ ਯੂਥ ਆਗੂਆਂ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੋਦੀ ਦੀ ਸੁਮਤ ਅਕਲ ਲਈ ਅਰਦਾਸ ਵੀ ਕਰਵਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਅੱਜ ਸਾਡੇ ਅੰਨਦਾਤਾ ਕਿਸਾਨ ਲਗਾਤਾਰ ਕਿਸਾਨੀ ਸੰਘਰਸ਼ ਕਰ ਰਹੇ ਨੇ। ਇਸ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਪਰ ਸੈਂਟਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ, ਜਿਸ ਦੇ ਚੱਲਦਿਆਂ ਅੱਜ ਮੋਦੀ ਦੀ ਬੁੱਧੀ ਨੂੰ ਸਮਤ ਅਕਲ ਬਖਸ਼ਣ ਲਈ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਵੀ ਕੀਤੀ ਗਈ ਹੈ ਤਾਂ ਜੋ ਉਸ ਨੂੰ ਅਕਲ ਆ ਜਾਵੇ। ਉਹਨਾਂ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਲੋਕਾਂ ਦੀ ਲੋੜ ਹੁੰਦੀ ਹੈ, ਗਲਤ ਕਾਨੂੰਨ ਦੇਸ਼ ਲਈ ਖਤਰਾ ਬਣ ਸਕਦੇ ਨੇ। ਇਸ ਲਈ ਉਹਨਾਂ ਨੇ ਅੱਜ ਰੋਸ ਵਜੋਂ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਸੈਂਟਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਹੋਰ ਅਪਡੇਟਸ ਲਈ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ। ਅੱਜ ਅਸੀਂ ਦੇਸ਼ ਦੇ ਅੰਨਦਾਤਾ ਦੇ ਹੱਕ ਦੇ ਵਿੱਚ, ਜਿਸ ਨੇ ਸਾਡੇ ਸਾਰੇ ਦੇਸ਼ ਦਾ ਜਿਹੜਾ ਪੇਟ ਭਰਦਾ ਗਾ, ਆਪਣੀ ਦਸਾਂ ਨਹੁੰ ਦੀ ਕਿਰਤ ਕਮਾਈ ਕਰਕੇ ਜਿਹੜਾ ਸਾਰੇ ਦੇਸ਼ ਦਾ ਜਿਹੜਾ ਪੇਟ ਪਾਲਦਾ ਗਾ ਕਿਸਾਨ, ਉਸ 'ਤੇ ਜਿਹੜਾ ਸਾਡੇ ਜ਼ਾਲਮ ਹਿਟਲਰ ਰੂਪੀ ਮੈਂ ਸਮਝਦਾ ਗਾ ਕਿ ਮੋਦੀ ਨੇ ਕਾਲੇ ਕਾਨੂੰਨ ਲਾਗੂ ਕੀਤੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਜਿੱਥੇ ਮੈਂ ਸਮਝਦਾ ਪੂਰੇ ਦੇਸ਼ ਦੇ ਵਿੱਚ ਇੱਕ ਰੋਸ ਦੀ ਲਹਿਰ ਆ, ਦੇਸ਼ ਨਹੀਂ ਦੁਨੀਆ ਦੇ ਵਿੱਚ ਜਿਹੜੀ ਇਹ ਰੋਸ ਦੀ ਲਹਿਰ ਆ, ਉਹਦੇ ਰੱਦ ਕਰਾਉਣ ਦੇ ਲਈ, ਕਾਨੂੰਨ ਰੱਦ ਕਰਾਉਣ ਦੇ ਲਈ ਸਾਡੇ ਕਿਸਾਨ ਭਰਾ ਜਿਹੜੇ ਟਿੱਕਰੀ ਤੇ ਸਿੰਘੂ ਬਾਰਡਰਾਂ ਤੇ ਬੈਠੇ ਨੇ, ਜੋ ਲਗਾਤਾਰ ਕੁਰਬਾਨੀਆਂ ਦੇ ਰਹੇ ਨੇ। ਪਰ ਮੈਂ ਸਮਝਦਾ ਕਿ ਇਸ ਹਿਟਲਰ ਦੇ ਜਿਹੜੀ ਆ ਕੋਈ ਅਸਰ ਨਹੀਂ ਹੋ ਰਿਹਾ। 600 ਕਿਸਾਨ ਜਿਹੜਾ ਸ਼ਹੀਦ ਹੋ ਚੁੱਕਿਆ ਤੇ ਇੱਥੋਂ ਤੱਕ ਇਹਨਾਂ ਦੇ ਜਿਹੜੇ ਲੀਡਰ ਨੇ, ਮੰਤਰੀ ਨੇ,
ਉਹਨਾਂ ਦਾ ਇੱਥੋਂ ਤੱਕ ਜਿਹੜਾ ਹੰਕਾਰ ਜਿਹੜਾ ਸਿਰ ਚੜ੍ਹ ਕੇ ਬੋਲ ਰਿਹਾ ਹੈਗਾ ਕਿ ਜਿਹੜੇ ਲਖੀਮਪੁਰ ਦੇ ਵਿੱਚ ਸਾਡੇ ਜਿਹੜੇ ਕਿਸਾਨ ਭਰਾ ਸੀ ਉਹਨਾਂ ਤੇ ਸ਼ਰੇਆਮ ਗੱਡੀ ਚੜ੍ਹਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਅੱਜ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿੱਥੇ ਅਸੀਂ ਅਰਦਾਸ ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਸਾਡੇ ਕਿਸਾਨ ਭਰਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਅਰਦਾਸ ਕੀਤੀ ਆ, ਉੱਥੇ ਅਸੀਂ ਹਿਟਲਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਕਿ ਪ੍ਰਮਾਤਮਾ ਇਸ ਜ਼ਾਲਮ ਨੂੰ ਵੀ ਜਿਹੜੀ ਸਮੱਤ ਬਖਸ਼ੇ ਤਾਂ ਜੋ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਕੀਤੇ ਜਾਣ ਤੇ ਕਿਸਾਨਾਂ ਨੂੰ ਸਾਡੇ ਭਰਾਵਾਂ ਨੂੰ ਇਨਸਾਫ ਮਿਲੇ ਤੇ ਉਹ ਵੀ ਆਪਣੇ ਘਰਾਂ 'ਚ ਆ ਕੇ ਆਰਾਮ ਦੀ ਸੁਖਦਾਇਕ ਜਿਹੜੀ ਜ਼ਿੰਦਗੀ ਆ ਇਹ ਜਿਉ ਸਕਣ।